ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰ ਪਿਆਰੀ ਗੁਰਸਾਜੀ ਗੁਰਨਿਵਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਦਇਆ ਬਖਸ਼ਿਸ਼ ਕਿਰਪਾ ਸਦਕਾ, ਸੰਗਤ ਦੀ ਅਸੀਸਾਂ ਸਦਕਾ, ਗੁਰੂ ਸਾਹਿਬ ਜੀ ਦੀ ਤਰਸ ਦਇਆ ਸਦਕਾ, ਜਿਹੜੇ ਕਿ ਸਹਿਜ ਪਾਠ ਆਪ ਸਾਰੇ ਪਿਆਰੀ ਸੰਗਤ ਮਿਲ ਕਰ ਆਨਲਾਈਨ ਇੱਕ ਅੰਗ ਰੋਜ਼ਾਨਾ ਕਰ ਰਹੇ ਹੋ। ਸੰਗਤ ਦੀ ਪ੍ਰੇਰਨਾ ਸਦਕਾ ਅੱਜ ਇੱਕ ਨਵਾਂ ਉਪਰਾਲਾ ਗੁਰੂ ਸਾਹਿਬ ਜੀ ਨੇ ਸੁਮਤ ਬਖਸ਼ ਕੇ ਆਪ ਸ਼ੁਰੂ ਕਰਵਾਇਆ ਕਿ ਜਿਹੜੇ ਵੀ ਅੰਗ ਹੁਣ ਤੱਕ ਹੋ ਚੁੱਕੇ ਹਨ, ਉਹਨਾਂ ਦਾ ਅਸੀਂ ਇੱਕ ਵਾਰੀ ਪਾਠ ਬੋਲ ਕੇ ਕਰੀਏ ਤੇ ਅਲੱਗ-ਅਲੱਗ ਸੇਵਾਦਾਰ ਇਹ ਸੇਵਾ ਨਿਭਾਉਣਗੇ। ਸੰਗਤ ਤਾਂ ਕਿ ਜਿਹੜੇ ਮੇਰੇ ਵਰਗੇ ਰਹਿ ਗਏ ਨੇ ਪਿੱਛੇ, ਉਹ ਪਾਠ ਨੂੰ ਕਵਰ ਅਪ ਕਰ ਸਕਣ ਤੇ ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਿੱਧਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਟੀਕਾਕਾਰ ਪ੍ਰੋਫੈਸਰ ਭਾਈ ਸਾਹਿਬ ਸਿੰਘ ਜੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਦੇ ਵਿੱਚ ਅੰਗ ਬਾਏ ਅੰਗ ਪਦ ਬਾਏ ਪਦ ਜਿਸ ਤਰ੍ਹਾਂ ਵੀ ਲਿਖ ਕੇ ਟੀਕਾ ਕੀਤਾ ਹੈ, ਅਸੀਂ ਉਸ ਨੂੰ ਪੜ੍ਹਾਂਗੇ। ਇਹਦੇ ਵਿੱਚ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਹੋਰ ਸੰਗਤ ਨੂੰ ਇਸ ਤੋਂ ਜ਼ਿਆਦਾ ਗਿਆਨ, ਇਸ ਤੋਂ ਜ਼ਿਆਦਾ ਅਰਥ ਆਉਂਦੇ ਹੋਣ ਤੇ ਇਸ ਤੇ ਅਲੱਗ ਹੋਰ ਅਰਥ ਵੀ ਆਉਂਦੇ ਹੋਣ, ਪਰ ਅਸੀਂ ਜਸਟ ਟੂ ਸਟ੍ਰੀਮਲਾਈਨ, ਜਸਟ ਟੂ ਬੀ ਡਿਸਿਪਲਿਨ, ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਿਹੜਾ ਟੀਕਾ ਹੈ ਅਸੀਂ ਉਸ ਨੂੰ ਫੋਲੋ ਕਰਾਂਗੇ। ਤੇ ਇਹਦੇ ਵਿੱਚ ਦਾਸ ਦੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਦਇਆ ਸਦਕਾ ਤੇ ਸੰਗਤ ਦੇ ਹੁਕਮ ਸਦਕਾ ਲੱਗੀ ਹੈ ਕਿ ਮੈਂ ਪੜ੍ਹ ਕੇ ਆਪ ਜੀ ਨੂੰ ਇਹ ਜਿਹੜੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਟੀਕਾ ਕੀਤਾ ਹੈ ਉਹ ਪੜ੍ਹ ਕੇ ਆਪ ਜੀ ਨੂੰ ਸੁਣਾਵਾਂ। ਆਪ ਜੀ 8 ਵਜੇ ਤੋਂ ਲੈ ਕੇ 8:45 ਤੱਕ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿੰਨੇ ਅੰਗ ਪੜ੍ਹ ਕੇ ਸੁਣ ਸਕੀਏ, ਸੁਣਾ ਸਕੀਏ, ਉਹ ਸੇਵਾ ਨਿਭਾਵਾਂਗੇ। ਗੁਰੂ ਸਾਹਿਬ ਜੀ ਤਰਸ ਕਰਕੇ, ਕਿਰਪਾ ਕਰਕੇ ਮੇਰੇ ਵਰਗੇ ਕੁੱਕਰ ਕੋਲੋਂ ਇਹ ਸੇਵਾ ਲੈ ਲੈਣਗੇ। ਆਪ ਸੰਗਤ ਦੀਆਂ ਅਸੀਸਾਂ ਸਦਕਾ ਇਹ ਸੇਵਾ ਆਪ ਜੀ ਨੇ ਬਖਸ਼ਿਸ਼ ਕਰਕੇ ਦਾਸ ਦੀ ਝੋਲੀ ਪਾਈ ਹੈ। ਸੋ ਗੁਰੂ ਸਾਹਿਬ ਜੀ ਦਾ ਬੇਅੰਤ ਸ਼ੁਕਰਾਨਾ, ਸੰਗਤ ਜੀ ਦਾ ਬੇਅੰਤ ਸ਼ੁਕਰਾਨਾ। 8:45 ਤੋਂ ਲੈ ਕੇ 9 ਵਜੇ ਤੱਕ 15 ਮਿੰਟ ਦਾ ਸਮਾਂ ਕਿ ਕਿਸੇ ਪਿਆਰੇ ਨੇ, ਕਿਸੇ ਸੰਗਤ ਨੇ ਕੋਈ ਡਿਸਕਸ਼ਨ ਕਰਨੀ ਹੋਵੇ, ਉਹ ਮੇਰੇ ਬੜੇ ਸਤਿਕਾਰਯੋਗ ਵੱਡੇ ਵੀਰ ਜੀ ਭਾਈ ਗੁਰਮੀਤ ਸਿੰਘ ਜੀ ਨਾਲ ਜੁੜਨਗੇ ਤੇ ਉਹ ਆਪ ਜੀ ਦੇ ਜੋ ਸਵਾਲ ਜਵਾਬ ਜਾਂ ਹੋਰ ਕੋਈ ਵੀ ਡਿਸਕਸ਼ਨ ਆਪਣੇ ਮਤ ਅਨੁਸਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਸਾਡੇ ਤੋਂ ਕਰਾ ਲੈਣ। ਆਓ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਅੰਗ ਸ਼ੁਰੂ ਕਰਦੇ ਹਾਂ। ਪਹਿਲਾ ਅੰਗ ਜਿਹੜਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਪਹਿਲੇ ਅੰਗ ਤੋਂ ਆਰੰਭ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਮੂਲ ਮੰਤਰ ਤੋਂ ਆਰੰਭ ਹੁੰਦੀ ਹੈ। ਤਾਂ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਟੀਕੇ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਹੈ ਆਪਾਂ ਉਸ ਦੀ ਰੀਡਿੰਗ ਕਰਾਂਗੇ। ਤੇ ਪਹਿਲਾਂ ਦਾਸ ਇੱਕ ਪੂਰਾ ਪਦ ਪੜ੍ਹੇਗਾ, ਉਸ ਤੋਂ ਬਾਅਦ ਉਹਦੇ ਪਦ ਅਰਥ ਹਨ, ਅੱਖਰ ਇੱਕ ਕਰਕੇ ਜਿਹੜੇ ਕਿ ਸਹਿਜ ਸੁਭਾਏ ਸਾਡੀ ਬੁੱਧ ਦੇ ਵਿੱਚ ਨਹੀਂ ਪਕੜ ਆਉਂਦੇ, ਉਸ ਦੀ ਵਿਆਖਿਆ ਤੇ ਉਸ ਤੋਂ ਉਪਰੰਤ ਜਿਹੜੇ ਵੀ ਨੋਟ ਭਾਈ ਸਾਹਿਬ ਨੇ ਲਿਖੇ ਹਨ ਉਹ ਅਸੀਂ ਰੀਡਿੰਗ ਕਰਾਂਗੇ। ਸੋ ਸੰਗਤ ਜੀ, ਆਪ ਜੀ ਵਿੱਚੋਂ ਕੋਈ ਵੀ ਪਿਆਰੇ ਇੱਕ ਫਤਿਹ ਬੁਲਾ ਕੇ ਆਗਿਆ ਬਖਸ਼ਣੀ ਜੀ। बोले सो निहाल सत श्री अकाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ
ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਦ ਅਰਥ। ਇੱਕ ਓੰਕਾਰ ਉਚਾਰਨ ਵੇਲੇ ਇਸ ਦੇ 3 ਹਿੱਸੇ ਕੀਤੇ ਜਾਂਦੇ ਹਨ। ਇੱਕ ਡਿਜੀਟਲ ਨਿਊਮੈਰਿਕ ਨੰਬਰ 1 ਜਿਹੜਾ ਇੱਕ ਪੰਜਾਬੀ ਦੇ ਵਿੱਚ ਦੀ ਬਣਤਰ 1 ਹੈ। ਦੂਸਰਾ ਓ ਅਤੇ ਓ ਦੇ ਨਾਲ ਜਿਹੜੀ ਇਹ ਮਾਤਰਾ ਅੱਗੇ ਕਰਕੇ ਚੱਲਦੀ ਹੈ ਇਸ ਨੂੰ ਕਾਰ ਕਿਹਾ ਜਾਂਦਾ ਹੈ। ਇਕੱਠੇ ਕਰਕੇ ਇਸ ਦਾ ਪਾਠ ਹੈ ਇੱਕ ਓੰਕਾਰ। 3 ਹਿੱਸੇ ਵੱਖੋ ਵੱਖਰੇ ਉਚਾਰਿਆਂ ਕਿਉਂ ਬਣਦੇ ਹਨ। ਨੰਬਰ 1 ਜਿਹੜਾ ਗਿਣਤੀ ਦੇ ਵਿੱਚ ਲਿਖਣ ਲਈ ਉਹਨੂੰ 1 ਪੜ੍ਹਦੇ ਆ, ਓ ਨੂੰ ਓੰਗ ਪੜ੍ਹਦੇ ਆ ਤੇ ਜਿਹੜੀ ਉਹਦੀ ਉੱਪਰ ਮਾਤਰਾ ਅੱਗੇ ਨੂੰ ਚਾਲ ਕਰਦੀ ਹੈ ਉਹਨੂੰ ਕਾਰ ਕਹਿੰਦੇ ਆ ਤੇ ਇਕੱਠੇ ਹੋ ਕੇ ਬਣਦਾ ਹੈ ਇੱਕ ਓੰਕਾਰ। ਓਮ ਸੰਸਕ੍ਰਿਤ ਦਾ ਸ਼ਬਦ ਹੈ। ਅਮਰਕੋਸ਼ ਅਨੁਸਾਰ ਇਸ ਦੇ 3 ਅਰਥ ਹਨ। ਪਹਿਲਾ ਅਰਥ ਵੇਦ ਆਦਿ ਧਰਮ ਪੁਸਤਕਾਂ ਦੇ ਆਰੰਭ ਅਤੇ ਅਖੀਰ ਵਿੱਚ ਅਰਦਾਸ ਜਾਂ ਕਿਸੇ ਪਵਿੱਤਰ ਧਰਮ ਕਾਰਜ ਦੇ ਆਰੰਭ ਵਿੱਚ ਅੱਖਰ ਓਮ ਪਵਿੱਤਰ ਅੱਖਰ ਜਾਣ ਕੇ ਵਰਤਿਆ ਜਾਂਦਾ ਹੈ। ਇਹ ਪਹਿਲਾ ਅਰਥ ਹੈ ਜੀ। ਦੂਜਾ, ਕਿਸੇ ਹੁਕਮ ਜਾਂ ਪ੍ਰਸ਼ਨ ਆਦਿਕ ਦੇ ਉੱਤਰ ਵਿੱਚ ਆਦਰ ਅਤੇ ਸਤਿਕਾਰ ਨਾਲ ਜੀ ਹਾਂ ਆਖਣਾ। ਸੋ ਓਮ ਦਾ ਅਰਥ ਹੈ ਜੀ ਹਾਂ। ਤੀਸਰਾ ਅਰਥ ਕਰਦੇ ਹਨ ਓਮ ਮਤਲਬ ਬ੍ਰਹਮ। ਇਹਨਾਂ ਵਿੱਚੋਂ ਕਿਹੜਾ ਅਰਥ ਇਸ ਸ਼ਬਦ ਦਾ ਇੱਥੇ ਲਿਆ ਜਾਣਾ ਹੈ ਇਸ ਨੂੰ ਦ੍ਰਿੜ ਕਰਨ ਲਈ ਸ਼ਬਦ ਓਮ ਦੇ ਪਹਿਲਾਂ ਇੱਕ ਲਿਖ ਦਿੱਤਾ ਗਿਆ ਹੈ। ਇਸ ਦਾ ਭਾਵ ਹੈ ਕਿ ਇੱਥੇ ਓਮ ਦਾ ਅਰਥ ਹੈ ਉਹ ਹਸਤੀ ਜੋ ਇੱਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਜਿਸ ਵਿੱਚ ਇਹ ਸਾਰਾ ਜਗਤ ਸਮਾ ਜਾਂਦਾ ਹੈ। ਸੰਗਤ ਜੀ ਇੱਥੇ ਇੱਕ ਹੋ ਗਿਆ ਨੂਮੈਰਿਕ 1 ਡਿਜੀਟਲ ਗਿਣਤੀ ਦਾ ਇੱਕ, ਦੂਜਾ ਹਿੱਸਾ ਹੋ ਗਿਆ ਓਮ, ਤੀਜਾ ਹਿੱਸਾ ਪ੍ਰੋਫੈਸਰ ਸਾਹਿਬ ਲਿਖਦੇ ਹਨ ਕਾਰ ਹੈ ਜਿਸ ਦਾ ਉਚਾਰਨ ਹੈ ਕਾਰ। ਕਾਰ ਸੰਸਕ੍ਰਿਤ ਦਾ ਇੱਕ ਪਿਛੇਤਰ ਹੈ। ਪਿਛੇਤਰ ਅਰਥ ਪਿੱਛੇ ਲੱਗਣ ਵਾਲਾ। ਕਿਸੇ ਵੀ ਅਰਥ ਨੂੰ ਜਿਸ ਤਰ੍ਹਾਂ ਅਸੀਂ ਪੁਰ ਕਹਿੰਦੇ ਆ, ਕਿਸੇ ਨਗਰ ਦੇ ਨਾਮ ਦੇ ਨਾਲ ਪੁਰ ਲੱਗਦਾ ਹੈ ਤੇ ਉਹ ਪਿਛੇਤਰ ਹੈ। ਤੇ ਇਸ ਤਰ੍ਹਾਂ ਹੀ ਕਾਰ ਜਿਹੜਾ ਹੈ ਉਹ ਕਿਸੇ ਅੱਖਰ ਦੇ ਪਿੱਛੇ ਲੱਗਣ ਵਾਲਾ ਇੱਕ ਵਿਸ਼ੇਸ਼ਣ ਹੈ, ਇੱਕ ਅਲੰਕਾਰ ਹੈ। ਇਸ ਨੂੰ ਪਿਛੇਤਰ ਕਹਿੰਦੇ ਹਾਂ। ਕਾਰ ਸੰਸਕ੍ਰਿਤ ਦਾ ਇੱਕ ਪਿਛੇਤਰ ਹੈ। ਆਮ ਤੌਰ ਤੇ ਇਹ ਪਿਛੇਤਰ ਨਾਮ ਦੇ ਅਖੀਰ ਦੇ ਵਿੱਚ ਵਰਤਿਆ ਜਾਂਦਾ ਹੈ। ਇਸ ਦਾ ਅਰਥ ਹੈ ਇੱਕ ਰਸ ਜਿਸ ਵਿੱਚ ਤਬਦੀਲੀ ਨਾ ਆਵੇ। ਇੱਕ ਵਾਰੀ ਦੁਬਾਰਾ ਪੜ੍ਹੀਏ ਜੀ। ਕਾਰ ਦਾ ਅਰਥ ਹੈ ਇੱਕ ਰਸ ਜਿਸ ਵਿੱਚ ਤਬਦੀਲੀ ਨਾ ਆਵੇ, ਇੱਕ ਰਸ। ਇਸ ਪਿਛੇਤਰ ਦੇ ਨਾਲ ਨਾਮ ਦੇ ਲਿੰਗ ਵਿੱਚ ਕੋਈ ਫਰਕ ਨਹੀਂ ਪੈਂਦਾ। ਗ੍ਰਾਮੈਟਿਕਲੀ ਵੀ ਭਾਈ ਸਾਹਿਬ ਨਾਲ ਸਮਝਾ ਰਹੇ ਨੇ। ਇਸ ਪਿਛੇਤਰ ਦੇ ਨਾਲ ਨਾਮ ਦੇ ਲਿੰਗ ਵਿੱਚ ਕੋਈ ਫਰਕ ਨਹੀਂ ਪੈਂਦਾ। ਭਾਵ ਜੇ ਨਾਮ ਪਹਿਲਾਂ ਪੁਲਿੰਗ ਹੈ ਤਾਂ ਇਸ ਪਿਛੇਤਰ ਦੇ ਲਗਾਇਆ ਵੀ ਪੁਲਿੰਗ ਹੀ ਰਹਿੰਦਾ ਹੈ। ਜੇ ਪਹਿਲਾਂ ਇਸਤਰੀ ਲਿੰਗ ਹੋਵੇ ਤਾਂ ਇਸ ਪਿਛੇਤਰ ਦੇ ਸਮੇਤ ਵੀ ਇਸਤਰੀ ਲਿੰਗ ਹੀ ਰਹਿੰਦਾ ਹੈ। ਅੱਗੇ ਭਾਈ ਸਾਹਿਬ ਗੁਰਬਾਣੀ ਵਿੱਚੋਂ ਐਗਜ਼ਾਮਪਲ ਦੇ ਰਹੇ ਨੇ। ਪੁਲਿੰਗ ਦੇ ਐਗਜ਼ਾਮਪਲ ਨੰਨਾ ਕਾਰ ਨਾ ਕੋਏ ਕਰੇਈ, ਰਾਖੇ ਆਪ ਵਡਿਆਈ ਦੇਈ। ਗੌੜੀ ਮਹੱਲਾ ਪਹਿਲਾ। ਕੀਮਤ ਸੋ ਪਾਵੇ ਆਪ ਜਾਣਾਵੇ, ਆਪ ਅਭੁੱਲ ਨਾ ਭੁੱਲ ਏ, ਜੈ ਜੈਕਾਰ ਕਰੇ ਤੁਧ ਭਾਵੈ, ਗੁਰ ਕੇ ਸ਼ਬਦ ਅਮੂਲ ਏ। ਸੂਈ ਮਹੱਲਾ ਪਹਿਲਾ। ਇਹਦੇ ਵਿੱਚ ਸੰਗਤ ਜੀ ਆਪ ਜੀ ਨੋਟ ਕਰਦੇ ਰਹਿਣਾ ਨਾਲ ਪਹਿਲਾ ਅੱਖਰ ਅਸੀਂ ਪੜਿਆ ਨੰਨਾਕਾਰ ਜਿਹਦੇ ਨਾਲ ਕਾਰ ਲੱਗਾ ਸੀ। ਦੂਸਰਾ ਅੱਖਰ ਅਸੀਂ ਪੜਿਆ ਜੈ ਜੈਕਾਰ ਜਿਸ ਦੇ ਨਾਲ ਕਾਰ ਲੱਗਿਆ ਸੀ। ਇਹ ਪੁਲਿੰਗ ਹੈਗੇ ਨੇ। ਅੱਗੇ ਭਾਈ ਸਾਹਿਬ ਜੀ ਕਹਿ ਰਹੇ ਨੇ ਸਹਜੇ ਰੁਣ ਝੁਣ ਘਾਰ ਸੁਹਾਇਆ, ਤਾਂ ਕਿ ਘਰ ਪਾਰ ਬ੍ਰਹਮ ਸਮਾਇਆ। ਇਹ ਪੁਲਿੰਗ ਦੇ 3 ਐਗਜ਼ਾਮਪਲ ਭਾਈ ਸਾਹਿਬ ਨੇ ਦਿੱਤੇ ਨੇ। ਪਹਿਲਾ ਸ਼ਬਦ ਹੋ ਗਿਆ ਨੰਨਾਕਾਰ, ਜੈ ਜੈਕਾਰ ਤੇ ਰੁਣ ਝੁਣ ਘਾਰ। ਹੁਣ ਇਸਤਰੀ ਲਿੰਗ ਦੇ ਭਾਈ ਸਾਹਿਬ ਐਗਜ਼ਾਮਪਲ ਦੇ ਰਹੇ ਨੇ ਦਇਆ ਧਾਰੀ ਤਿਨ ਧਾਰਨਹਾਰ, ਬੰਧਨ ਤੇ ਹੋਈ ਛੁਟਕਾਰ। ਰਾਮਕਲੀ ਮਹੱਲਾ ਪੰਜਵਾਂ। ਮੇਘ ਸਮੈ ਮੋਰ ਨਿਰਤਕਾਰ, ਚੰਦ ਦੇਖ ਬਿਗਸੈ ਕੌਲਾਰ। ਬਸੰਤ ਮਹੱਲਾ ਪੰਜਵਾਂ। ਦੇਖ ਰੂਪ ਅਤ ਅਨੂਪ, ਮੋਹ ਮਹਾ ਮਗ ਭਈ, ਕਿੰਕਨੀ ਸ਼ਬਦ ਝਨਤਕਾਰ ਖੇਲ, ਪਾਹੇ ਜਿਉ ਸਵਈਏ ਮਹਿਲੇ ਚੌਥੇ ਕੇ। ਇਸ ਪਿਛੇਤਰ ਦੇ ਲੱਗਣ ਨਾਲ ਇਹਨਾਂ ਸ਼ਬਦਾਂ ਦੇ ਅਰਥ ਇਉਂ ਕਰਨੇ ਹਨ। ਨੰਨਾਕਾਰ ਇੱਕ ਰਸ ਇਨਕਾਰ, ਸਦਾ ਲਈ ਇਨਕਾਰ। ਜੈਕਾਰ ਲਗਾਤਾਰ ਜੈ ਜੈ ਦੀ ਗੂੰਜ।
ਤੇ ਹੁਣ ਨੰਨੇ ਦੇ ਨਾਲ ਅਸੀਂ ਕਾਰ ਲਾਤਾ, ਇਹਦਾ ਮਤਲਬ ਹੋ ਗਿਆ ਇੱਕ ਰਸ ਇਨਕਾਰ, ਸਦਾ ਲਈ ਇਨਕਾਰ। ਜੈ ਦੇ ਨਾਲ ਕਾਰ ਲਾਤਾ ਤੇ ਲਗਾਤਾਰ ਜੈ ਜੈ ਦੀ ਗੂੰਜ। ਨਿਰਤਕਾਰ ਇੱਕ ਰਸ ਨਾਚ। ਝਨਤਕਾਰ ਇੱਕ ਰਸ ਸੋਹਣੀ ਆਵਾਜ਼। ਪਿਛੇਤਰ ਕਾਰ ਦੇ ਲਾਣ ਤੋਂ ਬਿਨਾਂ ਅਤੇ ਲਗਾਉਣ ਨਾਲ ਦੋਹਾਂ ਤਰ੍ਹਾਂ ਦੇ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਹੇਠ ਲਿਖੇ ਪ੍ਰਮਾਣ ਤੋਂ ਸਪਸ਼ਟ ਹੋ ਜਾਂਦਾ ਹੈ। ਘਰ ਮਹਿ ਘਰ ਦਿਖਾਈ ਦੇ, ਸੋ ਸਤਿਗੁਰ ਪੁਰਖ ਸੁਜਾਨ। ਪੰਜ ਸ਼ਬਦ ਧੁਨਕਾਰ ਧੁਨ, ਤਹਿ ਬਾਜੈ ਸ਼ਬਦ ਨੀਸਾਨ। ਧੁਨ ਦਾ ਮਤਲਬ ਆਵਾਜ਼, ਧੁਨਕਾਰ ਲਗਾਤਾਰ ਨਾਦ, ਅਤੁੱਟ ਆਵਾਜ਼। ਇਸੇ ਤਰ੍ਹਾਂ ਮਨ ਭੂਲੋ ਸਿਰ ਆਵੈ ਭਾਰ, ਮਨ ਮਾਨੈ ਹਰ ਏਕੰਕਾਰ। ਹੁਣ ਏਕੰਕਾਰ ਇੱਥੇ ਆਇਆ ਹੈ ਗੌੜੀ ਮਹੱਲਾ ਪਹਿਲਾ। ਏਕੰਕਾਰ ਏਕ ਓੰਕਾਰ, ਉਹ ਇੱਕ ਓਮ ਜੋ ਇੱਕ ਰਸ ਹੈ, ਜੋ ਹਰ ਥਾਂ ਵਿਆਪਕ ਹੈ। ਸੋ ਇੱਕ ਓੰਕਾਰ ਦਾ ਉਚਾਰਨ ਹੈ। ਅਸੀਂ ਇਹਨੂੰ ਲਿਖਣ ਦੇ ਵਿੱਚ ਇੱਕ ਲਿਖਦੇ ਹਾਂ, ਬੋਲਣ ਦੇ ਵਿੱਚ ਭਾਈ ਸਾਹਿਬ ਕਹਿ ਰਹੇ ਨੇ ਇਹਨੂੰ ਏਕ ਓੰਕਾਰ ਕਹਿਣਾ ਹੈ। ਅਸੀਂ ਕਈ ਵਾਰ ਪ੍ਰੋਨਾਊਂਸੀਏਸ਼ਨ ਦੇ ਵਿੱਚ, ਉਚਾਰਨ ਦੇ ਵਿੱਚ ਥੋੜੀ ਜਿਹੀ ਗਲਤੀ ਕਰ ਜਾਂਦੇ ਹਾਂ। ਅਸੀਂ ਇਸ ਨੂੰ ਇੱਕ ਓੰਕਾਰ ਕਹਿ ਦਿੰਦੇ ਹਾਂ ਜਾਂ ਇੱਕ ਓਮਕਾਰ ਕਹਿ ਦਿੰਦੇ ਹਾਂ। ਅਰਥ ਅਸਲੀ ਉਚਾਰਨ ਜਿਹੜਾ ਭਾਈ ਸਾਹਿਬ ਨੇ ਸਮਝਾਇਆ ਹੈ ਇੱਕ ਓੰਕਾਰ, ਅਤੇ ਇਸ ਦਾ ਅਰਥ ਹੈ ਇੱਕ ਅਕਾਲ ਪੁਰਖ ਜੋ ਇੱਕ ਰਸ ਵਿਆਪਕ ਹੈ। ਸੰਗਤ ਜੀ, ਇੱਕ ਓੰਕਾਰ ਦਾ ਅਰਥ ਇੱਕ ਅਕਾਲ ਪੁਰਖ ਜੋ ਇੱਕ ਰਸ ਵਿਆਪਕ ਹੈ। ਅੱਗੇ ਸਤਨਾਮ, ਜਿਸ ਦਾ ਨਾਮ ਸਤ ਹੈ। ਲਫ਼ਜ਼ ਸਤ ਦਾ ਸੰਸਕ੍ਰਿਤ ਰੂਪ ਸਤਯ ਹੈ। ਇਸ ਦਾ ਅਰਥ ਹੈ ਹੋਂਦ ਵਾਲਾ। ਇਸ ਦਾ ਧਾਤੂ ਅਸ ਹੈ, ਜਿਸ ਦਾ ਅਰਥ ਹੈ ਹੋਣਾ। ਸੋ ਸਤਨਾਮ ਦਾ ਅਰਥ ਹੈ ਉਹ ਇੱਕ ਓੰਕਾਰ ਜਿਸ ਦਾ ਨਾਮ ਹੈ ਹੋਂਦ ਵਾਲਾ। ਸੋ ਸਤਨਾਮ ਨੂੰ ਭਾਈ ਸਾਹਿਬ ਕਹਿੰਦੇ ਨੇ ਕਿ ਇੱਕ ਓੰਕਾਰ ਦੇ ਨਾਲ ਰਿਲੇਟ ਕਰਕੇ ਅਸੀਂ ਪੜ੍ਹਨਾ ਹੈ। ਸੋ ਸਤਨਾਮ ਦਾ ਅਰਥ ਉਹ ਇੱਕ ਓੰਕਾਰ ਜਿਸ ਦਾ ਨਾਮ ਹੋਂਦ ਵਾਲਾ ਹੈ, ਇੱਕ ਓੰਕਾਰ ਸਤਨਾਮ। ਅੱਗੇ ਕਰਤਾ ਪੁਰਖ। ਸੰਸਕ੍ਰਿਤ ਵਿੱਚ ਵਿਉਤਪਤੀ ਅਨੁਸਾਰ ਇਸ ਲਫ਼ਜ਼ ਦਾ ਅਰਥ ਇਉਂ ਕੀਤਾ ਗਿਆ ਹੈ ਪੂਰਸ਼ੇਤੇ ਇਤ ਪੁਰਸ਼ੈ, ਭਾਵ ਜੋ ਸਰੀਰ ਵਿੱਚ ਲੇਟਿਆ ਹੋਇਆ ਹੈ। ਸੰਸਕ੍ਰਿਤ ਵਿੱਚ ਆਮ ਪ੍ਰਚਲਿਤ ਅਰਥ ਹੈ ਮਨੁੱਖ, ਪੁਰਸ਼ ਦਾ ਅਰਥ ਦੱਸ ਰਹੇ ਨੇ। ਭਗਵਤ ਗੀਤਾ ਵਿੱਚ ਪੁਰਖ ਆਤਮਾ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ। ਰਘੁਵੰਸ਼ ਵਿੱਚ ਇਹ ਸ਼ਬਦ ਬ੍ਰਹਿਮਾਂਡ ਵਾ ਆਤਮਾ ਦੇ ਅਰਥਾਂ ਵਿੱਚ ਆਇਆ ਹੈ। ਇਸੇ ਤਰ੍ਹਾਂ ਪੁਸਤਕ ਸ਼ਿਸ਼ੂਪਾਲ ਵੱਧ ਵਿੱਚ ਵੀ ਇਹ ਭਾਈ ਸਾਹਿਬ ਨੇ ਜਿਹੜੇ ਗ੍ਰੰਥ ਸਟੱਡੀ ਕੀਤੇ ਨੇ ਪੁਰਾਤਨ ਇਤਿਹਾਸ ਤੋਂ, ਕਿਸੇ ਤਰ੍ਹਾਂ ਦਾ ਵੀ ਇਤਿਹਾਸ ਜਿਹਦੇ ਵਿੱਚ ਕਿ ਗੁਰਬਾਣੀ ਦੇ ਅੱਖਰ, ਉਹਨਾਂ ਦੀ ਬਣਤਰ ਤੇ ਉਹਨਾਂ ਦੇ ਪਿਛੋਕੜ ਨੂੰ ਭਾਈ ਸਾਹਿਬ ਸਮਝਾ ਰਹੇ ਨੇ, ਉਸ ਲਈ ਇਹ ਐਗਜ਼ਾਮਪਲ ਇੱਥੇ ਦਿੱਤੇ ਗਏ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਪੁਰਖ ਦਾ ਅਰਥ ਹੈ ਉਹ ਓੰਕਾਰ ਜੋ ਸਾਰੇ ਜਗਤ ਵਿੱਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿੱਚ ਰਮ ਰਿਹਾ ਹੈ। ਮਨੁੱਖ ਅਤੇ ਆਤਮਾ ਅਰਥ ਵਿੱਚ ਵੀ ਇਹ ਸ਼ਬਦ ਕਈ ਥਾਈਂ ਆਇਆ ਹੈ। ਅਗਲਾ ਅਰਥ ਜਿਹੜਾ ਭਾਈ ਸਾਹਿਬ ਸਮਝਾ ਰਹੇ ਨੇ ਅਕਾਲ ਮੂਰਤ। ਸ਼ਬਦ ਮੂਰਤ ਇਸਤਰੀ ਲਿੰਗ ਹੈ, ਅਕਾਲ ਇਸ ਦਾ ਵਿਸ਼ੇਸ਼ਣ ਹੈ। ਇਹ ਵੀ ਇਸਤਰੀ ਲਿੰਗ ਰੂਪ ਵਿੱਚ ਲਿਖਿਆ ਗਿਆ ਹੈ। ਜੇ ਸ਼ਬਦ ਅਕਾਲ ਇਕੱਲਾ ਹੀ ਕਰਤਾ ਪੁਰਖ ਨਿਰਭਉ ਨਿਰਵੈਰ ਵਾਂਗ ਇੱਕ ਓੰਕਾਰ ਦਾ ਗੁਣਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿੱਚ ਹੁੰਦਾ, ਤਾਂ ਇਸ ਦੇ ਅੰਤ ਵਿੱਚ ਜਿਹੜੀ ਉਹ ਦੀ ਮਾਤਰਾ ਜਿਹੜੀ ਹੁੰਦੀ ਛੋਟੀ ਵਾਲੀ ਉਹ ਹੁੰਦੀ। ਇਹ ਭਾਈ ਸਾਹਿਬ ਇੱਥੇ ਸਮਝਾ ਰਹੇ ਨੇ ਕਿ ਅਕਾਲ ਮੂਰਤ, ਜਿਹੜਾ ਮੂਰਤ ਹੈ, ਇਹ ਸ਼ਬਦ ਇਸਤਰੀ ਲਿੰਗ ਦੇ ਵਿੱਚ ਵਰਤਿਆ ਗਿਆ ਹੈ। ਅੱਗੇ ਭਾਈ ਸਾਹਿਬ ਨੇ ਨੋਟ ਲਿਖਿਆ ਹੈ ਸ਼ਬਦ ਮੂਰਤ ਜਿਸ ਨੂੰ ਤੱਤੇ ਨੂੰ ਛੋਟੇ ਈ ਦੀ ਮਾਤਰਾ ਜਾਂ ਸਿਹਾਰੀ, ਤੇ ਮੂਰਤ ਜਿਸ ਦੇ ਵਿੱਚ ਤੱਤਾ ਤੇ ਤੱਤੇ ਦੇ ਪੈਰ ਦੇ ਵਿੱਚ ਛੋਟੇ ਊ ਦੀ ਮਾਤਰਾ ਦਾ ਭੇਦ ਜਾਣਨਾ ਜ਼ਰੂਰੀ ਹੈ। ਮੂਰਤ ਜਿਹਨੂੰ ਕਿ ਤੱਤੇ ਨੂੰ ਛੋਟੇ ਈ ਦੀ ਮਾਤਰਾ ਸਦਾ ਉਸ ਮਾਤਰਾ ਦੇ ਨਾਲ ਲਿਖਿਆ ਜਾਂਦਾ ਹੈ ਅਤੇ ਇਸਤਰੀ ਲਿੰਗ ਹੈ। ਤਾਂ ਸੰਗਤ ਜੀ, ਜੇ ਅਸੀਂ ਮੂਰਤ ਮ ਦੇ ਪੈਰ ਦੇ ਵਿੱਚ ਡਬਲ ਊ ਦੀ 2 ਊ ਦੀ ਮਾਤਰਾ, ਰਰਾ ਮੁਕਤਾ ਤੇ ਤੱਤੇ ਨੂੰ ਛੋਟੀ ਈ ਦੀ ਮਾਤਰਾ ਸਿਹਾਰੀ, ਜੇ ਇਸ ਤਰ੍ਹਾਂ ਲਿਖਦੇ ਨੇ ਤੇ ਇਸਤਰੀ ਲਿੰਗ ਹੁੰਦਾ ਹੈ। ਇਸ ਦਾ ਅਰਥ ਬਣਦਾ ਹੈ ਸਰੂਪ। ਜੇ ਹੁਣ ਮੂਰਤ ਦੇ ਤੱਤੇ ਦੇ ਵਿੱਚ ਛੋਟੀ ਈ ਦੀ ਮਾਤਰਾ ਜਾਂ ਸਿਹਾਰੀ ਨਹੀਂ ਹੋ ਕੇ ਕੱਲੇ ਇੱਕ ਛੋਟੇ ਊ ਦੀ ਮਾਤਰਾ ਹੈ,
ਤਾਂ ਇਸ ਦਾ ਮਤਲਬ ਮੂਰਤ ਸੰਸਕ੍ਰਿਤ ਦਾ ਲਫ਼ਜ਼ ਬਣ ਜਾਂਦਾ ਹੈ, ਜਿਸ ਨੂੰ ਕਿ ਮੁਹੂਰਤ ਕਹਿੰਦੇ ਨੇ, ਜੋ ਕਿ ਇੱਕ ਸਮੇਂ ਦਾ ਸਮੇਂ ਦੇ ਵੰਡ ਕਰਨ ਲਈ ਇਹ ਸ਼ਬਦ ਵਰਤਦੇ ਆ। ਜਿਸ ਤਰ੍ਹਾਂ ਭਾਈ ਸਾਹਿਬ ਲਿਖ ਰਹੇ ਨੇ ਕਿ ਚਸਾਂ, ਮੁਹੂਰਤ ਆਦਿਕ ਸ਼ਬਦ ਸਮੇਂ ਦੀ ਵੰਡ ਵਿੱਚ ਵਰਤੀਂਦੇ ਹਨ। ਇਹ ਸ਼ਬਦ ਪੁਲਿੰਗ ਹਨ। ਸੋ ਸੰਗਤ ਜੀ, ਅਕਾਲ ਮੂਰਤ ਦੇ ਵਿੱਚ ਜੋ ਅਸੀਂ ਮੂਰਤ ਯੂਜ਼ ਕਰਦੇ ਆ, 1 ਘੰਟਾ ਉਹਦੇ ਲੱਗਿਆ। ਵਿੱਚ ਜੋ ਛੋਟੇ ਈ ਦੀ ਮਾਤਰਾ ਹੈ, ਵਾਹਿਗੁਰੂ ਜੀ, ਉਹ ਬੇਨਤੀ ਹੈ ਆਪ ਜੀ ਆਪਣੇ ਮਾਈਕ ਮਿਊਟ ਕਰਕੇ ਰੱਖੋ ਜੀ। ਜੋ ਮੂਰਤ ਦੇ ਵਿੱਚ ਛੋਟੇ ਈ ਦੀ ਮਾਤਰਾ ਹੈ ਉਹ ਸਤਰੀਲਿੰਗ ਹੈ ਤੇ ਉਸ ਦਾ ਅਰਥ ਹੁੰਦਾ ਹੈ ਸਰੂਪ। ਸੋ ਅਕਾਲ ਮੂਰਤ ਦਾ ਅਰਥ ਅਸੀਂ ਕਰਾਂਗੇ ਐਸਾ ਸਰੂਪ ਜੋ ਕਾਲ ਤੋਂ ਰਹਿਤ ਹੈ। ਅਗਲਾ ਅਕਸ਼ਰ ਜੋ ਹੈ ਅਜੂਨੀ। ਅਜੂਨੀ ਦਾ ਅਰਥ ਭਾਈ ਸਾਹਿਬ ਕਰਦੇ ਨੇ ਜੂਨਾਂ ਤੋਂ ਰਹਿਤ, ਜੋ ਜਨਮ ਵਿੱਚ ਨਹੀਂ ਆਉਂਦਾ। ਸੈਭੰਗ। ਸੈਭੰਗ ਕਿਹੜੇ ਅੱਖਰ ਤੋਂ ਬਣਿਆ ਹੈ ਜੀ? ਸਵਯੰਭੂ। ਸਵਯੰ ਭੰਗ ਭੂ, ਆਪਣੇ ਆਪ ਤੋਂ ਹੀ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਉਹ ਕਹਿੰਦੇ ਨੇ ਸਵੈਭੰਗ। ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ, ਆਪਣੇ ਪ੍ਰਕਾਸ਼ ਲਈ ਕਿਸੇ ਦੇ ਉੱਪਰ ਡਿਪੈਂਡੈਂਟ ਨਹੀਂ ਹੈ। ਸੈਭੰਗ। ਗੁਰਪ੍ਰਸਾਦ। ਗੁਰੂ ਦੇ ਪ੍ਰਸਾਦ ਨੇ ਨਾਲ, ਪ੍ਰਸਾਦ ਦਾ ਅਰਥ ਇੱਥੇ ਕਰਾਂਗੇ ਕਿਰਪਾ। ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ, ਭਾਵ ਉਪਰੋਕਤ ਇੱਕ ਓੰਕਾਰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਭਾਈ ਸਾਹਿਬ ਨੇ ਅਰਥ ਇਕੱਠਾ ਕਰਕੇ ਦੱਸਿਆ ਹੈ। ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਸਾਰੇ ਮੂਲ ਮੰਤਰ ਦਾ ਭਾਈ ਸਾਹਿਬ ਜੀ ਨੇ ਅਰਥ ਇੱਥੇ ਲਿਖ ਕੇ ਸਮਝਾਇਆ ਹੈ। ਨੋਟ ਵਿੱਚ ਲਿਖਦੇ ਹਨ, ਇਹ ਉਪਰੋਕਤ ਗੁਰਸਿੱਖੀ ਦਾ ਮੂਲ ਮੰਤਰ ਹੈ। ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ ਜਪ। ਸੰਗਤ ਜੀ, ਇੱਕ ਵਾਰ ਫਿਰ ਪੜ੍ਹੀਏ ਧਿਆਨ ਦੇ ਕੇ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਉਪਰੋਕਤ ਗੁਰਸਿੱਖੀ ਦਾ ਮੂਲ ਮੰਤਰ ਹੈ। ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ ਜਪ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ ਮੰਤਰ ਵੱਖਰੀ ਚੀਜ਼ ਹੈ ਤੇ ਬਾਣੀ ਜਪ ਵੱਖਰੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿੱਚ ਇਹ ਮੂਲ ਮੰਤਰ ਲਿਖਿਆ ਹੈ, ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿੱਚ ਵੀ ਲਿਖਿਆ ਮਿਲਦਾ ਹੈ। ਇਹ ਗੱਲ ਨੋਟ ਕਰੀਏ ਜੀ, ਜਿੱਥੇ ਜਿੱਥੇ ਰਾਗ ਸ਼ੁਰੂ ਹੁੰਦੇ ਹਨ ਉੱਥੇ ਮੂਲ ਮੰਤਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਹੈ। ਬਾਣੀ ਜਪ ਲਫ਼ਜ਼ ਆਦ ਸੱਚ ਤੋਂ ਸ਼ੁਰੂ ਹੁੰਦੀ ਹੈ। ਆਸਾ ਦੀ ਵਾਰ ਦੇ ਸ਼ੁਰੂ ਵਿੱਚ ਵੀ ਇਹੀ ਮੂਲ ਮੰਤਰ ਹੈ, ਪਰ ਵਾਰ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਤਿਵੇਂ ਹੀ ਇੱਥੇ ਹੈ। ਜਪ ਦੇ ਆਰੰਭ ਵਿੱਚ ਮੰਗਲਾਚਰਨ ਦੇ ਤੌਰ ਤੇ ਇੱਕ ਸ਼ਲੋਕ ਉਚਾਰਿਆ ਗਿਆ ਹੈ। ਫਿਰ ਜਪ ਸਾਹਿਬ ਦੀਆਂ 38 ਪੌੜੀਆਂ ਹਨ। ਜਪ, ਹੁਣ ਅੱਗੇ ਮੂਲ ਮੰਤਰ ਦੀ ਇੱਥੇ ਤੱਕ ਵਿਆਖਿਆ ਸਮਾਪਤ ਹੈ। ਅੱਗੇ ਹੁਣ ਭਾਈ ਸਾਹਿਬ ਜੀ ਨੇ ਜਪ ਲਿਖਿਆ ਹੈ। ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਤਰਤੀਬ ਅਨੁਸਾਰ ਲਿਖੀ ਹੈ, ਉਸ ਤਰ੍ਹਾਂ ਹੀ ਭਾਈ ਸਾਹਿਬ ਨੇ ਟੀਕਾ ਕੀਤਾ ਹੈ। ਜਪ, ਇਸ ਸਾਰੀ ਬਾਣੀ ਦਾ ਨਾਮ ਜਪ ਹੈ। ਸੋ ਸਤਿਕਾਰ ਵਜੋਂ ਅਸੀਂ ਬਾਣੀ ਨੂੰ ਜਦ ਬੋਲਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਜਪ ਜੀ ਸਾਹਿਬ। ਅਸੀਂ ਜੀ ਜਪ ਬਾਣੀ ਦੇ ਨਾਲ ਲਾਉਂਦੇ ਹਾਂ। ਸੋ ਬਾਣੀ ਦਾ ਨਾਮ ਜਪ ਹੈ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹਦੇ ਅਖੀਰ ਦੇ ਵਿੱਚ ਗਿਣਤੀ ਦਾ 1 ਲੱਗਾ ਹੈ। ਇਹਦਾ ਮਤਲਬ ਇਹ ਜਪ ਬਾਣੀ ਦਾ ਪਹਿਲਾ ਸ਼ਲੋਕ ਹੈ। ਪਦ ਅਰਥ, ਆਦ ਮੁੱਢ ਤੋਂ, ਸੱਚ ਹੋਂਦ ਵਾਲਾ। ਸ਼ਬਦ ਸੱਚ ਸੰਸਕ੍ਰਿਤ ਦੇ ਸਤਯ ਦਾ ਪ੍ਰਕ੍ਰਿਤ ਹੈ, ਜਿਸ ਦਾ ਧਾਤੂ ਅਸ ਹੈ। ਅਸ ਦਾ ਅਰਥ ਹੈ ਹੋਣਾ, ਜਿਸ ਤਰ੍ਹਾਂ ਕਿ ਅਸੀਂ ਮੂਲ ਮੰਤਰ ਦੇ ਵਿੱਚ ਵੀ ਪਹਿਲਾਂ ਪੜ੍ਹ ਚੁੱਕੇ ਹਾਂ। ਜੁਗਾਦ, ਜੁਗਾਂ ਤੋਂ, ਮੁੱਢ ਤੋਂ। ਹੈ, ਭਾਵ ਇਸ ਵੇਲੇ ਵੀ ਹੈ। ਜਿੱਦਾਂ ਹੈ ਨਾ, ਹੈ ਵੀ। ਸੋ ਉਸ ਵੇਲੇ ਹੈ ਦਾ ਅਰਥ ਇੱਥੇ ਭਾਈ ਸਾਹਿਬ ਕਰਦੇ ਨੇ, ਇਸ ਵੇਲੇ ਵੀ ਹੈ। ਨਾਨਕ, ਹੇ ਨਾਨਕ, ਹੋਸੀ ਹੋਵੇਗਾ। ਇਹ ਪਦ ਅਰਥ ਨੇ। ਹੁਣ ਅਰਥ ਅੱਗੇ ਪੜ੍ਹੀਏ। ਹੇ ਨਾਨਕ, ਅਕਾਲ ਪੁਰਖ
ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਤੋਂ ਮੁੱਢ ਤੋਂ ਮੌਜੂਦ ਹੈ, ਇਸ ਵੇਲੇ ਵੀ ਮੌਜੂਦ ਹੈ ਤੇ ਅਗਾਂਹ ਨੂੰ ਵੀ ਹੋਂਦ ਵਾਲਾ ਹੀ ਰਹੇਗਾ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਦੇ ਅਰਥ ਕਰਨੇ ਨੇ। ਹੇ ਨਾਨਕ, ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ, ਇਸ ਵੇਲੇ ਵੀ ਮੌਜੂਦ ਹੈ ਤੇ ਅਗਾਂਹ ਨੂੰ ਵੀ ਹੋਂਦ ਵਾਲਾ ਰਹੇਗਾ। ਨੋਟ: ਇਹ ਸ਼ਲੋਕ ਮੰਗਲਾਚਰਨ ਵਜੋਂ ਹੈ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ਼ਟ ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਹ ਸਾਰੀ ਬਾਣੀ ਜਪ ਵਿੱਚ ਕੀਤਾ ਗਿਆ ਹੈ। ਇਸ ਤੋਂ ਅਗਾਂਹ ਬਾਣੀ ਜਪ ਦਾ ਮਜ਼ਮੂਨ ਸ਼ੁਰੂ ਹੁੰਦਾ ਹੈ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਪਦ ਅਰਥ: ਸੋਚੈ ਸੋਚ ਰੱਖਣ ਵਾਲਾ, ਪਵਿੱਤਰਤਾ ਕਾਇਮ ਰੱਖਣ ਵਾਲਾ। ਸੋਚ ਸੁੱਚ, ਪਵਿੱਤਰਤਾ ਸੁੱਚ। ਸੁੱਚ ਨਾ ਹੋਵਈ, ਨਹੀਂ ਹੋ ਸਕਦੀ। ਸੋਚੀ, ਮੈਂ ਸੁੱਚ ਰੱਖਾਂ। ਚੁੱਪੈ, ਚੁੱਪ ਕਰ ਰਹਿਣ ਨਾਲ। ਚੁੱਪ ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਓ। ਲਾਏ ਰਹਾਂ, ਮੈਂ ਲਾਈ ਰੱਖਾਂ। ਲਿਵ ਤਾਰ, ਲਿਵ ਦੀ ਤਾਰ, ਲਿਵ ਦੀ ਡੋਰ, ਇੱਕ ਤਾਰ ਸਮਾਧੀ। ਨੋਟ: ਇਸ ਪੌੜੀ ਦੀ 5ਵੀਂ ਤੁਕ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਮਨ ਨੂੰ ਸਚਿਆਰਾ ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ। ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿੱਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿੱਚ ਪਹਿਲਾਂ ਰਜਾ ਲੈਣਾ, ਸ਼ਾਸਤਰਾਂ ਦੀ ਫਿਲਾਸਫੀ, ਇਹ ਆਮ ਪ੍ਰਚਲਿਤ ਤਰੀਕੇ ਸਨ। ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਨਾ। ਪਹਿਲੀਆਂ 4 ਤੁਕਾਂ ਦੇ ਠੀਕ ਅਰਥ ਸਮਝਣ ਲਈ 5ਵੀਂ ਤੁਕ ਵੱਲ ਖਾਸ ਧਿਆਨ ਦੇਣਾ ਜ਼ਰੂਰੀ ਹੈ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਇਸ ਤੁਕ ਨੂੰ ਪਹਿਲੀ ਹਰੇਕ ਤੁਕ ਦੇ ਨਾਲ ਪੜ੍ਹਿਆਂ ਸਪਸ਼ਟ ਹੋ ਜਾਂਦਾ ਹੈ ਕਿ ਪਹਿਲੀ ਹਰੇਕ ਤੁਕ ਵਿੱਚ ਮਨ ਦਾ ਹੀ ਜ਼ਿਕਰ ਹੈ। ਪਹਿਲੀ ਤੁਕ ਵਿੱਚ ਮਨ ਦੀ ਸੁੱਚ, ਦੂਜੀ ਵਿੱਚ ਮਨ ਦੀ ਚੁੱਪ, ਤੀਜੀ ਵਿੱਚ ਮਨ ਦੀ ਭੁੱਖ ਅਤੇ ਚੌਥੀ ਵਿੱਚ ਮਨ ਦੀ ਸਿਆਣਪ ਦਾ ਹਾਲ ਦੱਸਿਆ ਹੈ। ਇੱਥੇ ਪ੍ਰਸ਼ਨ ਇੱਕ ਆਂਦਾ ਹੈ, ਲਫ਼ਜ਼ ਸੋਚ ਦੇ ਅਰਥ ਸੋਚ ਕਿਉਂ ਕੀਤੇ ਗਏ ਹਨ? ਉੱਤਰ: ਮਨ ਦੀਆਂ ਸੋਚਾਂ ਤੇ ਸਿਆਣਪਾਂ ਨੂੰ ਤਾਂ ਚੌਥੀ ਤੁਕ ਵਿੱਚ ਵਰਣਨ ਕਰ ਦਿੱਤਾ ਗਿਆ ਹੈ। ਇਸ ਵਾਸਤੇ ਪਹਿਲੀ ਤੁਕ ਵਿੱਚ ਕੁਝ ਹੋਰ ਖਿਆਲ ਹੈ ਜੋ ਹੇਠਲੀਆਂ ਤੁਕਾਂ ਗਹੁ ਨਾਲ ਪੜ੍ਹਿਆਂ ਸਪਸ਼ਟ ਹੋ ਜਾਂਦਾ ਹੈ। ਕਹੋ ਨਾਨਕ ਸੱਚ ਧਿਆਈਐ, ਸੁੱਚ ਹੋਵੈ ਤਾਂ ਸੱਚ ਪਾਈਐ। ਆਸਾ ਦੀ ਵਾਰ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੰਗਤ ਜੀ, ਇਹ ਐਗਜ਼ਾਮਪਲਸ ਗੁਰਬਾਣੀ ਵਿੱਚੋਂ ਭਾਈ ਸਾਹਿਬ ਜੀ ਨੇ ਲੈ ਕੇ ਸੋਚ ਹੋਰ ਮਨ ਦੀ ਜਿੱਥੇ ਜਿੱਥੇ ਵੀ ਤਰਤੀਬ ਅਨੁਸਾਰ ਮੇਲ ਕੀਤਾ ਗਿਆ ਹੈ, ਭਾਈ ਸਾਹਿਬ ਦਾ ਇੱਥੇ ਸਮਝਾਉਣ ਦਾ ਜਿਹੜਾ ਉਹ ਰੀਜ਼ਨ ਹੈ, ਕਾਰਨ ਉਹ ਇਹ ਹੈ ਕਿ ਸੋਚੈ ਸੋਚ ਨਾ ਹੋਵੇ ਨੂੰ ਅਸੀਂ ਸਰੀਰ ਦੀ ਸੁਚਮਤਾ ਨਾਲ ਜੋੜ ਕੇ ਮਨ ਦੀ ਸੁਚਮਤਾ ਨਾਲ ਜੋੜੀਏ। ਸੋ ਇਸ ਕਰਕੇ ਭਾਈ ਸਾਹਿਬ ਨੇ ਐਗਜ਼ਾਮਪਲ ਲਏ ਹਨ। ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੇ ਤਾਂ ਸੱਚ ਪਾਈਐ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੁਖਮਨੀ ਸਾਹਿਬ। ਨਾ ਸੁਚ ਸੰਜਮ ਤੁਲਸੀ ਮਾਲਾ, ਗੋਪੀ ਕਾਨ ਨਾ ਗਊ ਗੋਆਲਾ, ਤੰਤ ਮੰਤ ਪਾਖੰਡ ਨਾ ਕੋਈ, ਨਾ ਕੋ ਵੰਸ ਵਜਾਇਂਦਾ। ਮਾਰੂ ਮਹੱਲਾ ਪਹਿਲਾ। ਸੋਚ ਦਾ ਅਰਥ ਹੈ ਇਸ਼ਨਾਨ ਅਤੇ ਸੁਚ ਦਾ ਅਰਥ ਹੈ ਪਵਿੱਤਰਤਾ। ਇਹਨਾਂ ਹੀ ਦੋ ਸ਼ਬਦਾਂ ਦੀ ਮਿਲਾਵਟ ਦਾ ਸ਼ਬਦ ਹੈ ਸੋਚ, ਜਿੱਥੇ ਚ ਨੂੰ ਸਿਹਾਰੀ ਦੀ ਮਾਤਰਾ ਹੈ, ਚ ਨੂੰ ਛੋਟੀ ਈ ਦੀ ਮਾਤਰਾ ਹੈ। ਇਸ ਦਾ ਅਰਥ ਹੈ ਸੁਚ, ਪਵਿੱਤਰਤਾ, ਇਸ਼ਨਾਨ। ਸ਼ਬਦ ਸੁਚ ਇਸਤਰੀ ਲਿੰਗ ਹੈ। ਸੰਸਕ੍ਰਿਤ ਵਿੱਚ ਵੀ ਇਹ ਇਸੇ ਹੀ ਸ਼ਕਲ ਵਿੱਚ ਹੈ ਜਿਵੇਂ ਸ਼ਬਦ ਮਨ ਤੋਂ ਮਨ ਬਣਿਆ ਹੈ, ਜਿੱਥੇ ਨੰਨੇ ਨੂੰ ਛੋਟੇ ਈ ਦੀ ਮਾਤਰਾ ਹੈ। ਇਸ ਦਾ ਅਰਥ ਹੈ ਮਨ ਵਿੱਚ। ਇਸ ਤਰ੍ਹਾਂ ਸੋਚ ਤੋਂ ਚੱਚਾ ਮੁਕਤਾ ਤੇ ਚੱਚਾ ਜਿਸ ਨੂੰ ਮਾਤਰਾ ਹੈ ਨਹੀਂ ਬਣ ਸਕਦਾ।
क्योंकि लफ्ज मन पुलिंग है ते सोच जिसका अर्थ विचार है, सोच मतलब थिंकिंग, ਇਹ स्त्रीलिंग है। सो शब्द सोच जिसਦੇ ਵਿੱਚ ਚੱਚੇ ਨੂੰ ਛੋਟੇ ਈ ਦੀ ਮਾਤਰਾ ਹੈ, ਅਧਿਕਰਨ ਕਾਰਕ ਜਿਹੜਾ ਹੈ ਮਾਤਰਾ ਤੋਂ ਬਿਨਾ ਹੀ ਅਸਲ ਸਰੂਪ ਵਾਲਾ ਸੰਸਕ੍ਰਿਤ ਦਾ ਹੀ ਲਫ਼ਜ਼ ਸੁਚ ਹੈ, ਜਿਸ ਦਾ ਅਰਥ ਹੈ ਪਵਿੱਤਰਤਾ। ਸੰਗਤ ਜੀ, ਇਹ ਰੈਫਰੈਂਸ ਨਾਲ ਆਪ ਜੀ ਵੀ ਜੇ ਸਹਿਜ ਪਾਠ ਦੇ ਅੰਗ ਨਾਲ ਖੋਲ ਕੇ ਰੀਡ ਕਰਦੇ ਰਹੋਗੇ ਤੇ ਬਹੁਤ ਜ਼ਿਆਦਾ ਕਲੈਰਿਟੀ ਮਿਲ ਜਾਏਗੀ ਕਿ ਇਹ ਭਾਈ ਸਾਹਿਬ ਜੀ ਇੱਥੇ ਮਾਤਰਾ ਦੇ ਵਿੱਚ, ਬੋਲਣ ਦੇ ਵਿੱਚ ਤੇ ਲਿਖਣ ਦੇ ਵਿੱਚ ਕਿਸ ਤਰ੍ਹਾਂ ਕਰ ਰਹੇ ਹਾਂ। ਤੋ ਅੱਜ ਪਹਿਲਾ ਦਿਨ ਹੈ, ਸੋ ਸਾਨੂੰ ਮਾਫੀ ਦੇਣਾ ਕਿ ਆਪ ਜੀ ਨੂੰ ਪਹਿਲਾਂ ਨਹੀਂ ਦੱਸ ਸਕੇ। ਜੇ ਨਾਲ ਆਪ ਜੀ ਸਹਿਜ ਪਾਠ ਦੇ ਅੰਗ ਖੋਲ ਲਓਗੇ ਦਰਪਣ ਵਾਲੇ ਤੇ ਬੜਾ ਕਲੀਅਰ ਹੋ ਜਾਏਗਾ। ਜਿਹੜਾ ਪੜ ਰਹੇ ਹਾਂ ਅਸੀਂ ਉਹ ਬੋਲਦੇ ਹਾਂ ਤੇ ਨਾਲ ਆਪ ਜੀ ਪੜੋਗੇ ਤੇ ਹੋਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਹੋਰ ਥੋੜੀ ਸਾਨੂੰ ਅੱਛੀ ਤਰ੍ਹਾਂ ਸਮਝ ਲੱਗੇਗੀ। ਸੋ ਹੁਣ ਪਹਿਲੇ ਜੋ ਅਸੀਂ ਉੱਪਰ ਪਾਠ ਕੀਤਾ, ਸੋਚਿਆ ਸੋਚਣਾ ਹੋਵੇ, ਉਸਦੇ ਅਰਥ ਭਾਈ ਸਾਹਿਬ ਕਰ ਰਹੇ ਨੇ। ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਦੀ ਸੁੱਚ ਰੱਖਾਂ ਤਾਂ ਵੀ ਇਸ ਤਰ੍ਹਾਂ ਸੁੱਚ ਰੱਖਣ ਨਾਲ ਮਨ ਦੀ ਸੁੱਚ ਨਹੀਂ ਰਹਿ ਸਕਦੀ। ਜੇ ਮੈਂ ਸਰੀਰ ਦੀ ਇੱਕ ਤਾਰ ਸਮਾਧੀ ਲਾਈ ਰੱਖਾਂ ਤਾਂ ਵੀ ਇਸ ਤਰ੍ਹਾਂ ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ। ਅਗਲੇ ਤੁਕ ਭਾਈ ਸਾਹਿਬ ਪੜ ਰਹੇ ਨੇ, ਲਿਖ ਰਹੇ ਨੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਹੁਣ ਪਹਿਲਾਂ ਅਸੀਂ ਪਦ ਅਰਥ ਪੜ੍ਹਦੇ ਹਾਂ ਜੀ। ਭੁੱਖ, ਤ੍ਰਿਸ਼ਨਾ, ਲਾਲਚ। ਭੁੱਖਿਆਂ, ਤ੍ਰਿਸ਼ਨਾ ਦੇ ਅਧੀਨ ਰਹਿਆਂ। ਸੋ ਭੁੱਖ, ਤ੍ਰਿਸ਼ਨਾ ਜਾਂ ਲਾਲਚ। ਭੁੱਖਿਆਂ, ਭੁੱਖ ਜਿਹੜਾ ਅਸੀਂ ਭੁੱਖਿਆਂ ਪੜ੍ਹਦੇ ਹਾਂ, ਤ੍ਰਿਸ਼ਨਾ ਦੇ ਅਧੀਨ ਰਹਿਆਂ। ਨਾ ਉਤਰੀ, ਦੂਰ ਨਹੀਂ ਹੋ ਸਕਦੀ। ਬੰਨਾ, ਬੰਨ ਲਵਾਂ, ਸਾਂਭ ਲਵਾਂ। ਪੁਰੀ, ਲੋਕ, ਭਵਨ। ਪੁਰੀਆਂ, ਭਾਰ, ਸਾਰੇ ਲੋਕਾਂ ਦੇ ਭਾਰ। ਪੁਰੀਆਂ ਭਾਰ, ਜੇ ਬੰਨਾ ਪੁਰੀਆਂ ਭਾਰ ਪੜ੍ਹਦੇ ਹਾਂ ਅਸੀਂ, ਸੋ ਪੁਰੀਆਂ ਭਾਰ ਦਾ ਅਰਥ ਜਿਹੜਾ ਕੀਤਾ ਭਾਈ ਸਾਹਿਬ ਨੇ ਸਾਰੇ ਲੋਕਾਂ ਦੇ ਭਾਰ। ਤੇ ਭਾਰ ਪਦਾਰਥਾਂ ਦੇ ਸਮੂਹ, ਸਹਿਸ ਹਜ਼ਾਰਾਂ, ਸਿਆਣਪਾਂ ਚਤੁਰਾਈਆਂ, ਹੋਹੇ ਹੋਵਣ। ਸਹਿਸ ਸਿਆਣਪਾਂ ਲੱਖ ਹੋਹੇ। ਸੋ ਹੋਹੇ ਦਾ ਮਤਲਬ ਹੈ ਹੋਵਣ। ਇੱਕ ਵੀ ਚਤੁਰਾਈ। ਅਰਥ, ਜੇ ਮੈਂ ਸਾਰੇ ਭਵਨਾਂ ਦੇ ਪਦਾਰਥਾਂ ਦੇ ਢੇਰ ਵੀ ਸਾਂਭ ਲਵਾਂ ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਹਾਂ, ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ ਤਾਂ ਵੀ ਉਹਨਾਂ ਵਿੱਚੋਂ ਇੱਕ ਵੀ ਚਤੁਰਾਈ ਸਾਥ ਨਹੀਂ ਦਿੰਦੀ। ਅਗਲੀ ਤੁਕ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਦ ਅਰਥ, ਕਿਵ ਕਿਸ ਤਰ੍ਹਾਂ, ਹੋਈਐ ਹੋ ਸਕੀਦਾ ਹੈ, ਕੂੜੈ ਪਾਲ ਕੂੜ ਦੀ ਪਾਲ, ਕੂੜ ਦੀ ਕੰਧ, ਕੂੜ ਦਾ ਪਰਦਾ, ਸਚਿਆਰਾ ਸੱਚ ਦਾ ਘਰ, ਸੱਚ ਆਲੈ, ਸੱਚ ਦਾ ਘਰ, ਸੱਚ ਦੇ ਪ੍ਰਕਾਸ਼ ਹੋਣ ਲਈ ਯੋਗ। ਹੁਕਮ, ਹੁਕਮ ਵਿੱਚ, ਇੱਥੇ ਮੰਮੇ ਨੂੰ ਛੋਟੀ ਈ ਦੀ ਮਾਤਰਾ ਹੈ, ਸਿਹਾਰੀ ਹੈ, ਸੋ ਹੁਕਮ, ਹੁਕਮ ਵਿੱਚ। ਰਜਾਈ, ਰਜ਼ਾ ਵਾਲਾ ਅਕਾਲ ਪੁਰਖ। ਨਾਲ, ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਗ ਤੋਂ ਜਗਤ ਬਣਿਆ ਹੈ। ਅਰਥ, ਤਾਂ ਫਿਰ ਅਕਾਲ ਪੁਰਖ ਦਾ ਪ੍ਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ ਅਤੇ ਸਾਡੇ ਅੰਦਰ ਦਾ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ। ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ ਇਹੀ ਇੱਕ ਵਿਧੀ ਹੈ। ਹੇ ਨਾਨਕ, ਇਹ ਵਿਧੀ ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ। ਇਹ ਪਹਿਲੀ ਪੌੜੀ ਦੇ ਇੱਥੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੇ ਅਰਥ ਇੱਥੇ ਤੱਕ ਨੇ। ਹੁਣ ਭਾਈ ਸਾਹਿਬ ਇਹਦੇ ਸਾਨੂੰ ਭਾਵ ਅਰਥ ਵੀ ਸਮਝਾ ਰਹੇ ਨੇ। ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿੱਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵੱਲੋਂ ਜੀਵ ਲਈ ਜ਼ਰੂਰੀ ਹੈ। ਪਿਤਾ ਦੇ ਕਹੇ ਵਿੱਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈ ਜਾਂਦੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀਅ, ਹੁਕਮ ਮਿਲੈ ਵਡਿਆਈ। ਪਦ ਅਰਥ ਲਿਖਦੇ ਹਨ। ਹੁਕਮੀ, ਹੁਕਮ ਵਿੱਚ,
ਅਕਾਲ ਪੁਰਖ ਦੇ ਹੁਕਮ ਅਨੁਸਾਰ ਹੋਵਨ, ਹੁੰਦੇ ਹਨ, ਹੋਂਦ ਵਿੱਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ, ਸਰੂਪ, ਸ਼ਕਲਾਂ, ਸਰੀਰ। ਨਾ ਕਹਿਆ ਜਾਈ, ਕਿਹਾ ਨਾ ਜਾਈ, ਕਥਨ ਨਹੀਂ ਕੀਤਾ ਜਾ ਸਕਦਾ। ਜੀ, ਜੀ ਜੰਤ, ਹੁਕਮ, ਹੁਕਮ ਅਨੁਸਾਰ। ਇੱਥੇ ਹੁਕਮ ਅਨੁਸਾਰ ਆ ਗਿਆ। ਵਡਿਆਈ, ਵਡਿਆਈ ਦਾ ਮਤਲਬ ਆਦਰ ਅਤੇ ਸ਼ੋਭਾ। ਅਰਥ ਕਰਦੇ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, ਪਰ ਇਹ ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ ਉਸ ਦੇ ਰੱਬ ਦੇ ਦਰ ਤੇ ਸ਼ੋਭਾ ਮਿਲਦੀ ਹੈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਐ। ਪਦ ਅਰਥ ਉੱਤਮ, ਸ੍ਰੇਸ਼ਟ, ਚੰਗਾ। ਲਿਖ, ਲਿਖ ਕੇ, ਲਿਖੇ ਅਨੁਸਾਰ। ਪਾਈਏ, ਪਾਈਂਦੇ ਹਨ, ਭੋਗੀਦੇ ਹਨ। ਇਕ ਨਾ, ਕਈ ਮਨੁੱਖਾਂ ਨੂੰ। ਬਖਸ਼ੀਸ, ਦਾਤ, ਬਖਸ਼ਿਸ਼। ਇੱਕ, ਇਹਦੇ ਵਿੱਚ ਕੱਕੇ ਨੂੰ ਛੋਟੇ ਜੀ ਦੀ ਮਾਤਰਾ ਹੈ ਜੀ। ਕਈ ਮਨੁੱਖ। ਭਵਾਈਐ, ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿੱਚ ਪਾਏ ਜਾਂਦੇ ਹਨ। ਅਰਥ ਰੱਬ ਦੇ ਹੁਕਮ ਵਿੱਚ ਕੋਈ ਮਨੁੱਖ ਚੰਗਾ ਬਣ ਜਾਂਦਾ ਹੈ, ਕੋਈ ਭੈੜਾ। ਉਸ ਦੇ ਹੁਕਮ ਵਿੱਚ ਹੀ ਆਪਣੇ ਕੀਤੇ ਹੋਏ ਕਰਮਾਂ ਦੇ ਲਿਖੇ ਅਨੁਸਾਰ ਦੁੱਖ ਤੇ ਸੁੱਖ ਭੋਗੀਦੇ ਹਨ। ਹੁਕਮ ਵਿੱਚ ਹੀ ਕਦੀ ਮਨੁੱਖਾਂ ਉੱਤੇ ਅਕਾਲ ਪੁਰਖ ਦੇ ਦਰ ਤੋਂ ਬਖਸ਼ਿਸ਼ ਹੁੰਦੀ ਹੈ ਅਤੇ ਉਸ ਦੇ ਹੁਕਮ ਵਿੱਚ ਹੀ ਕਈ ਮਨੁੱਖ ਨਿਤ ਨਿਤ ਜਨਮ ਮਰਨ ਦੇ ਗੇੜ ਵਿੱਚ ਭਵਾਈਦੇ ਹਨ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਪਦ ਅਰਥ ਅੰਦਰ ਰੱਬ ਦੇ ਹੁਕਮ ਵਿੱਚ ਹੀ ਸਭ ਕੋ, ਹਰੇਕ ਜੀਵ। ਬਾਹਰ ਹੁਕਮ, ਹੁਕਮ ਤੋਂ ਬਾਹਰ। ਹੁਕਮੈ, ਹੁਕਮ ਨੂੰ, ਮੰਮੇ ਨੂੰ ਡਬਲ ਐ ਦੀ ਮਾਤਰਾ ਹੈ ਜੀ। ਹੁਕਮ ਨੂੰ। ਬੁਝੈ, ਸਮਝ ਲਏ। ਹੁਕਮੈ ਕਹੈ ਨਾ, ਹਉਮੈ ਦੇ ਬਚਨ ਨਹੀਂ। ਵਾਹਿਗੁਰੂ ਮਾਫੀ ਦੇਣਾ ਜੀ। ਹਉਮੈ ਕਹੈ ਨਾ ਕੋਏ। ਸੋ ਹਉਮੈ ਕਹੇ ਨਾ ਦੇ ਅਰਥ ਕੀਤੇ ਨੇ ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਨਹੀਂ ਆਖਦਾ, ਸਵਾਰਥੀ ਨਹੀਂ ਬਣਦਾ। ਅਰਥ ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ। ਕੋਈ ਜੀਵ ਹੁਕਮ ਤੋਂ ਬਾਹਰ, ਭਾਵ ਹੁਕਮ ਤੋਂ ਆਕੀ ਨਹੀਂ ਹੋ ਸਕਦਾ। ਹੇ ਨਾਨਕ, ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸਵਾਰਥ ਦੀਆਂ ਗੱਲਾਂ ਨਹੀਂ ਕਰਦਾ, ਭਾਵ ਫਿਰ ਉਹ ਸਵਾਰਥੀ ਜੀਵਨ ਛੱਡ ਦਿੰਦਾ ਹੈ। ਭਾਵ ਪ੍ਰਭੂ ਦੇ ਹੁਕਮ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਉਹ ਥੋੜ ਵਿਤਾ ਨਹੀਂ ਰਹਿੰਦਾ। ਅੱਗੇ ਲਿਖਦੇ ਨੇ ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਾਣੈ ਨੀਸਾਨ। ਪਦ ਅਰਥ ਕਰਦੇ ਨੇ ਜੀ ਕੋ। ਗਾਵੈ ਕੋ ਆਇਆ ਤੇ ਇਹਨਾਂ ਨੇ ਕੋ ਦਾ ਅਰਥ ਸਮਝਾਇਆ ਹੈ ਕੋਈ ਮਨੁੱਖ। ਤਾਣ, ਤਾਣ ਦਾ ਅਰਥ ਦੱਸਿਆ ਹੈ ਜੀ ਬਲ, ਅਕਾਲ ਪੁਰਖ ਦੀ ਤਾਕਤ। ਕਿਸੈ, ਜਿਸ ਕਿਸੇ ਮਨੁੱਖ ਨੂੰ। ਤਾਣ, ਸਮਰੱਥਾ। ਹੁਣ ਇੱਥੇ ਤਾਣ ਦੇ ਦੋ ਸ਼ਬਦ ਨੇ। ਇੱਕ ਜਗ੍ਹਾ ਬਲ ਜਿਹੜਾ ਅਕਾਲ ਪੁਰਖ ਦੀ ਤਾਕਤ, ਦੂਸਰਾ ਤਾਣ ਸਮਰੱਥਾ। ਦਾਤ, ਬਖਸ਼ੇ ਹੋਏ ਪਦਾਰਥ। ਨੀਸਾਨ, ਬਖਸ਼ਿਸ਼ ਦਾ ਨਿਸ਼ਾਨ। ਅਰਥ ਜਿਸ ਕਿਸੇ ਮਨੁੱਖ ਨੂੰ ਸਮਰੱਥਾ ਹੁੰਦੀ ਹੈ ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ। ਤਾਣ ਮਤਲਬ ਰੱਬ ਦੀ ਤਾਕਤ ਨੂੰ, ਰੱਬ ਦੀ ਸਮਰੱਥਾ ਨੂੰ। ਜੇ ਉਸਦੇ ਕੋਲ ਸਮਰੱਥਾ ਹੁੰਦੀ ਹੈ ਤਾਂ ਗਾਉਂਦਾ ਹੈ। ਜਿਸ ਕਿਸੇ ਮਨੁੱਖ ਨੂੰ ਸਮਰੱਥਾ ਹੁੰਦੀ ਹੈ ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, ਰੱਬ ਦੇ ਤਾਣ ਨੂੰ ਗਾਉਂਦਾ ਹੈ, ਭਾਵ ਉਸਦੀ ਸਿਫਤ ਸਲਾਹ ਕਰਦਾ ਹੈ ਤੇ ਉਸਦੇ ਉਹ ਕੰਮ ਕਥਨ ਕਰਦਾ ਹੈ ਜਿਨ੍ਹਾਂ ਤੋਂ ਉਸਦੀ ਵੱਡੀ ਤਾਕਤ ਪ੍ਰਗਟ ਹੋਵੇ। ਫਿਰ ਪੜ੍ਹਨਾ ਜੀ ਇੱਕ ਵਾਰ। ਜਿਸ ਕਿਸੇ ਮਨੁੱਖ ਨੂੰ ਸਮਰੱਥਾ ਹੁੰਦੀ ਹੈ ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਭਾਵ ਉਸਦੀ ਸਿਫਤ ਸਲਾਹ ਕਰਦਾ ਹੈ ਤੇ ਉਸਦੇ ਉਹ ਕੰਮ ਕਥਨ ਕਰਦਾ ਹੈ ਜਿਨ੍ਹਾਂ ਤੋਂ ਉਸਦੀ ਵੱਡੀ ਤਾਕਤ ਪ੍ਰਗਟ ਹੋਵੇ। ਕੋਈ ਮਨੁੱਖ ਉਸਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ
निशान समझदा है। गावै को गुण वडियाइयां चार, गावै को विद्या विखम दी चार। पद अर्थ, चार दा अर्थ पहला कीता है जी, चार मतलब सुंदर सोहणियां, विद्या विद्या द्वारा, विखम कठिन औखा, विचार ਜਿਹੜਾ ਬੱਬੇ ਨੂੰ ਵੱਡੀ ਈ ਦੀ ਮਾਤਰਾ ਹੈ ਉਹਦਾ ਅਰਥ ਕੀਤਾ ਹੈ ਜੀ ਗਿਆਨ। ਸ਼ਬਦ ਚਾਰ ਵਿਸ਼ੇਸ਼ਣ ਹੈ ਜੋ ਇੱਕ ਵਚਨ ਪੁਲਿੰਗ ਨਾਲ ਚਾਰ ਹੋ ਜਾਂਦਾ ਹੈ, ਜਿੱਥੇ ਕਿ ਰ ਦੇ ਪੈਰ ਦੇ ਵਿੱਚ ਛੋਟੇ ਊ ਦੀ ਮਾਤਰਾ ਆਉਂਦੀ ਹੈ ਤੇ ਬਹੁ ਵਚਨ ਨਾਲ ਇਸਤਰੀ ਲਿੰਗ ਨਾਲ ਚਾਰ ਰਹਿੰਦਾ ਹੈ। ਜੇ ਰਾਰਾ ਮੁਕਤਾ ਹੈ ਤਾਂ ਉਹ ਇਸਤਰੀ ਲਿੰਗ ਬਹੁ ਵਚਨ ਹੋ ਜਾਂਦਾ ਹੈ ਤੇ ਇੱਕ ਵਚਨ ਪੁਲਿੰਗ ਤਾਂ ਹੁੰਦਾ ਹੈ ਜੇ ਰਰੇ ਦੇ ਪੈਰ ਦੇ ਵਿੱਚ ਛੋਟੇ ਊ ਦੀ ਮਾਤਰਾ ਲੱਗਦੀ ਹੈ। ਪਰ ਸ਼ਬਦ ਚਾਰ ਜਿੱਥੇ ਰਾਰੇ ਨੂੰ ਈ ਦੀ ਮਾਤਰਾ ਛੋਟੀ ਆਂਦੀ ਹੈ ਸਿਹਾਰੀ, ਉਹ ਚੌਹਾਂ ਦੀ ਗਿਣਤੀ ਦਾ ਵਾਚਕ ਹੈ, ਅਰਥਾਤ ਚਾਰ ਦੀ ਗਿਣਤੀ ਦਾ ਵਾਚਕ ਹੈ। ਜਿਵੇਂ ਕਿ ਭਾਈ ਸਾਹਿਬ ਐਗਜ਼ਾਮਪਲ ਦੇ ਰਹੇ ਨੇ, ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਇੱਥੇ ਚਾਰ ਦੇ ਵਿੱਚ ਰਰੇ ਨੂੰ ਛੋਟੇ ਈ ਦੀ ਮਾਤਰਾ ਹੈ, ਤਾਂ ਇਹਦੇ ਅਰਥ ਇੱਥੇ ਅਸੀਂ ਗਿਣਤੀ ਵਾਲੇ ਚਾਰ ਕਰਾਂਗੇ। ਜਿਹੜਾ ਜਪਜੀ ਸਾਹਿਬ ਦੇ ਵਿੱਚ ਗਾਵੇ ਕੋ ਗੁਣ ਵਡਿਆਈਆਂ ਚਾਰ ਕੀਤਾ ਗਿਆ ਹੈ, ਉਸ ਦੇ ਅਰਥ ਜਿਹੜੇ ਹਨ ਉਹ ਅਸੀਂ ਸੁੰਦਰ ਸੋਹਣੀਆਂ ਕਰਾਂਗੇ। ਸੋ ਭਾਈ ਸਾਹਿਬ ਐਗਜ਼ਾਮਪਲ ਦੇ ਰਹੇ ਨੇ, ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ, ਚਾਰ ਪਦਾਰਥ ਕਹੈ ਸਭ ਕੋਈ, ਚੱਚਾ ਚਰਨ ਕਮਲ ਗੁਰ ਲਾਗਾ। ਧਨ ਧਨ ਉਆਂ ਦਿਨ ਸੰਜੋਗ ਸੁਭਾਗਾ, ਚਾਰ ਕੁੰਟ ਦਹ ਦਿਸ ਭ੍ਰਮ ਆਇਓ, ਭਈ ਕਿਰਪਾ ਤਬ ਦਰਸ਼ਨ ਪਾਇਓ, ਚਾਰ ਵਿਚਾਰ ਬਿਨਸਿਓ ਸਭ ਦੂਆ, ਸਾਧ ਸੰਗ ਮਨ ਨਿਰਮਲ ਹੁਆ। ਤਟ ਤੀਰਥ ਨਹੀਂ ਮਨ ਪਤੀ ਆਏ, ਚਾਰ ਅਚਾਰ ਰਹੇ ਉਰਜਾਏ। ਹੁਣ ਅਰਥ ਕਰਕੇ ਦੱਸਦੇ ਨੇ, ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ, ਕੋਈ ਮਨੁੱਖ ਵਿਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਿਨ ਗਿਆਨ ਨੂੰ ਗਾਉਂਦਾ ਹੈ, ਭਾਵ ਸ਼ਾਸਤਰ ਆਦਿਕ ਦੁਆਰਾ ਆਤਮਕ ਫਿਲਾਸਫੀ ਦੇ ਔਖੇ ਵਿਸ਼ਿਆਂ ਤੇ ਵਿਚਾਰ ਕਰਦਾ ਹੈ। ਅੱਗੇ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ। ਪਦ ਅਰਥ, ਸਾਜ ਪੈਦਾ ਕਰਕੇ ਬਣਾ ਕੇ, ਤਨ ਸਰੀਰ ਨੂੰ, ਖੇ ਸਵਾ, ਜੀ ਜੀਵਾਤਮਾ, ਜਿੰਦਾ ਲੈ ਕੇ, ਦੇਹ ਦੇ ਦਿੰਦਾ ਹੈ। ਇੱਥੇ ਸ਼ਬਦ ਦੇਹ ਦਾ ਹਾਹਾ ਪਹਿਲੀ ਤੁਕ ਦੇ ਖੇ ਨਾਲ ਮਿਲਾਉਣ ਲਈ ਵਰਤਿਆ ਗਿਆ ਹੈ। ਉਂਝ ਸ਼ਬਦ ਦੇਹ ਨਾਮ ਦਾ ਅਰਥ ਹੈ ਸਰੀਰ, ਜਿਵੇਂ ਭਰੀਏ ਹੱਥ ਪੈਰ ਤਨ ਦੇਹ। ਸ਼ਬਦ ਦੇ ਦੇਹ ਅਤੇ ਜਿੱਥੇ ਹ ਨੂੰ ਸਿਹਾਰੀ ਦੀ ਮਾਤਰਾ ਹੈ, ਇੱਥੇ ਹਾਹਾ ਮੁਕਤਾ ਹੈ। ਤੋ ਭਾਈ ਸਾਹਿਬ ਨੇ ਇੱਥੇ ਤਿੰਨ ਸ਼ਬਦ ਲਏ ਨੇ, ਦੇ, ਦੇਹ ਜਿੱਥੇ ਹ ਨੂੰ ਈੜੀ ਦੀ ਮਾਤਰਾ ਛੋਟੀ ਤੇ ਜਿਹਦੇ ਵਿੱਚ ਹਾਹਾ ਮੁਕਤਾ, ਦੇ, ਦੇਹ ਤੇ ਦੇਹ ਨੂੰ ਚੰਗੀ ਤਰ੍ਹਾਂ ਸਮਝਣ ਲਈ ਜਪਜੀ ਵਿੱਚੋਂ ਹੇਠ ਲਿਖੀਆਂ ਤੁਕਾਂ ਦਿੱਤੀਆਂ ਜਾਂਦੀਆਂ ਹਨ। ਦੇਂਦਾ ਦੇ, ਲੈਂਦੇ ਥੱਕ ਪਾਏ, ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ, ਗੁਰਾ ਇੱਕ ਦੇ ਬੁਝਾਈ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਸੰਗਤ ਜੀ, ਇਹ ਸਾਰੇ ਐਗਜ਼ਾਮਪਲ ਜਿਹੜੇ ਨੇ ਇਹਦੇ ਵਿੱਚ ਦੇ, ਦੇਹ ਅਤੇ ਦੇਹ, ਇਹ ਤਿੰਨੋਂ ਐਗਜ਼ਾਮਪਲਸ ਇੱਥੇ ਲਏ ਨੇ। ਭਰੀਏ ਹੱਥ ਪੈਰ ਤਨ ਦੇਹ, ਦੇ ਸਾਬੂਣ ਲਈਐ ਉਹ ਧੋਏ, ਆਪੇ ਜਾਣੈ ਆਪੇ ਦੇ। ਹੁਣ ਦੇ ਜਿਹਦੇ ਵਿੱਚ ਕਿ ਹਾਹਾ ਨਹੀਂ ਵਰਤਿਆ ਗਿਆ ਹੈ, ਉਹਦਾ ਅਰਥ ਕਰਦੇ ਨੇ ਦੇਂਦਾ ਹੈ, ਦੇ ਕੇ। ਇੱਕ ਦੇ ਹੈ ਜਿਹਦੇ ਵਿੱਚ ਈੜੀ ਯੂਜ਼ ਹੁੰਦੀ ਹੈ, ਈੜੀ ਨੂੰ ਛੋਟੀ ਈ ਦੀ ਮਾਤਰਾ, ਉਹਦਾ ਅਰਥ ਵੀ ਦੇਂਦਾ ਹੈ ਤੇ ਦੇ ਕੇ ਵੀ ਲਿਖਿਆ ਗਿਆ ਹੈ। ਹੁਣ ਦੇਹ ਜਿਹਦੇ ਵਿੱਚ ਹਾਹੇ ਨੂੰ ਕੋਈ ਮਾਤਰਾ ਨਹੀਂ ਹੈ, ਉਹਦਾ ਅਰਥ ਸਰੀਰ ਕੀਤਾ ਗਿਆ ਹੈ ਤੇ ਦੇਹ ਮਤਲਬ ਹਾਹੇ ਨੂੰ ਛੋਟੀ ਈ ਦੀ ਮਾਤਰਾ, ਹੁਕਮੀ ਭਵਿੱਖਤ ਕਾਲ, ਇਹ ਅਰਥ ਕੀਤੇ ਗਏ ਹਨ। ਅੱਗੇ ਭਾਈ ਸਾਹਿਬ ਜੀ ਉਸ ਤੁਕ ਦਾ ਅਰਥ ਇਵੇਂ ਕਰਦੇ ਨੇ, ਕੋਈ ਮਨੁੱਖ ਇਉਂ ਗਾਉਂਦਾ ਹੈ, ਅਕਾਲ ਪੁਰਖ ਸਰੀਰ ਨੂੰ ਬਣਾ ਕੇ ਫਿਰ ਸਵਾਹ ਕਰ ਦਿੰਦਾ ਹੈ। ਕੋਈ ਇਉਂ ਗਾਉਂਦਾ ਹੈ ਕਿ ਸਰੀਰਾਂ ਵਿੱਚੋਂ ਜਿੰਦਾ ਕੱਢ ਕੇ ਫਿਰ ਦੂਜੇ ਸਰੀਰਾਂ ਵਿੱਚ ਪਾ ਦਿੰਦਾ ਹੈ। ਇੱਥੇ ਸੰਗਤ ਜੀ ਪਹਿਲੇ ਅੰਗ ਦੀ ਸਮਾਪਤੀ ਹੈ ਜੀ। ਅਸੀਂ ਦੂਸਰਾ ਅੰਗ ਸ਼ੁਰੂ ਕਰਦੇ ਹਾਂ ਨਾਲ ਹੀ।
ਗਾਵੈ ਕੋ ਜਾਪੈ ਦਿਸੈ ਦੂਰ